तो चलिए शुरुआत करते हैं आज की पहली लेटेस्ट न्यूज़ के साथ। नमस्कार दोस्तों, ਅੱਜ मैं ਤੁਹਾਨੂੰ ਇਤਿਹਾਸਿਕ ਜਿਹੜੀ ਜਗ੍ਹਾ ਹੈਗੀ ਮਲੋਟ ਦਾ ਕਿਲਾ ਜਿਹੜਾ ਹੈਗਾ, ਜਿਵੇਂ ਆਪਾਂ ਢੋਲਵਾ ਡੈਮ ਦਿਖਾ ਚੁੱਕੇ ਹਾਂ, ਕਾਫੀ ਕਿਲੇ ਦਿਖਾ ਚੁੱਕੇ ਹਾਂ। ਕਹਿੰਦੇ ਨੇ ਕਿ ਅਕਬਰ ਨੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਆਪਣੇ ਕਿਲੇ ਬਣਾਏ ਸੀ। ਇਹ ਤੇ ਇਤਿਹਾਸ ਦੇ ਪੰਨੇ ਜਾਣਦੇ ਨੇ ਜਾਂ ਇਤਿਹਾਸਕਾਰ ਜਾਣਦੇ ਨੇ, ਲੇਕਿਨ ਹਕੀਕਤ ਕੀ ਹੈ। ਲੇਕਿਨ ਅੱਜ ਤੁਹਾਨੂੰ ਮੈਂ ਦਿਖਾ ਰਿਹਾ ਮਲੋਟ ਦਾ ਕਿਲਾ, ਜਿੱਥੇ ਅਬ ਤੱਕ ਚੈਨਲ ਦੀ ਟੀਮ ਪਹੁੰਚੀ ਆ। ਮੈਂ ਵੀ ਕਾਫੀ ਟਾਈਮ ਤੋਂ ਸੋਚ ਰਿਹਾ ਸੀ ਯਾਰ ਆਪਾਂ ਜਿਹੜਾ ਕਿਲਾ ਹੈ ਦਿਖਾਈਏ, ਕੀ ਉੱਥੇ ਦੀ ਖੂਬਸੂਰਤੀ ਹੈ, ਕੀ ਉੱਥੇ ਦਾ ਹੈਗਾ। ਤੁਹਾਨੂੰ ਮੈਂ ਦਿਖਾਵਾਂਗਾ, ਆਪਣੇ ਕੈਮਰਾਮੈਨ ਨੂੰ ਕਹਾਂਗਾ। ਬਹੁਤ ਪੁਰਾਣਾ ਜਿਹੜਾ ਹੈਗਾ ਕਿਲਾ ਬਣਿਆ ਹੋਇਆ, ਕਾਫੀ ਵੱਡੇ ਵੱਡੇ ਪੌਲਸ ਬਣੇ ਹੋਏ ਨੇ, ਦੀਵਾਰਾਂ ਬਣੀਆਂ ਹੋਈਆਂ ਨੇ। ਇੱਥੇ ਕਹਿੰਦੇ ਨੇ ਜਦੋਂ ਲੜਾਈ ਹੁੰਦੀ ਸੀ ਤੇ ਇੱਥੇ ਘੜਤ ਪੁਰਾਣੀ ਬਣੀ ਹੋਈ ਹੈ, ਇੱਕ ਸਟੈਪ ਬਾਈ ਸਟੈਪ ਇਹਨੂੰ ਬਣਾਇਆ ਹੋਇਆ, ਬਿਲਕੁਲ ਐਕੂਰੇਟ ਇੱਕੋ ਜਿਹੀ ਚੀਜ਼ ਹੈਗੀ ਆ। ਇਹ ਜਿਹੜੇ ਮਿਸਤਰੀ ਹੋਣਗੇ ਉਸ ਜ਼ਮਾਨੇ ਦੇ ਮਿਸਤਰੀ, ਕਿੱਦਾਂ ਉਹਨਾਂ ਨੇ ਇਹਨੂੰ ਘੜਿਆ ਹੋਏਗਾ। ਪੱਥਰ ਟੋਟਲੀ ਥੱਲੇ ਤੋਂ ਆਇਆ। ਆਪਾਂ 4-5 ਕਿਲੋਮੀਟਰ ਚੜ੍ਹਾਈ ਚੜ੍ਹ ਕੇ ਉੱਪਰ ਪਹੁੰਚੇ ਹਾਂ। ਇਹ ਜੰਗਲ ਦੇ ਵਿੱਚ ਇਹ ਕਿਲਾ ਹੈਗਾ, ਲੇਕਿਨ ਇਸ ਕਿਲੇ ਨੂੰ ਜੇ ਪੁਰਾਤਨ ਵਿਭਾਗ ਜਾਂ ਸਰਕਾਰ ਇਹਦੇ ਵੱਲ ਧਿਆਨ ਦੇਵੇ ਤਾਂ ਸ਼ਾਇਦ ਇਹ ਬਚ ਸਕਦਾ ਹੈਗਾ। ਪਹਿਲਾਂ ਵੀ ਮੇਰੇ ਮੀਡੀਆ ਕਰਮਚਾਰੀ ਨੇ ਇਹਨੂੰ ਦਿਖਾਇਆ, ਲੇਕਿਨ ਹਜੇ ਤੱਕ ਸਰਕਾਰ ਦੀ ਤਾਂ ਨਿਗਾਹ ਨਹੀਂ ਪਈ। ਲੇਕਿਨ ਇਹ ਖੰਡਰ ਹੋ ਚੁੱਕਾ ਹੈਗਾ, ਲੇਕਿਨ ਖੰਡਰ ਦੇ ਨਾਲ ਨਾਲ ਹਜੇ ਤੱਕ ਵੀ ਬਚਿਆ ਹੋਇਆ। ਸ਼ਾਇਦ ਪੰਚਾਲ ਦੀ ਲਪੇਟ ਵਿੱਚ ਆ ਕੇ ਸ਼ਾਇਦ ਡਿੱਗ ਸਕਦਾ, ਲੇਕਿਨ ਉੱਦਾਂ ਇਹਦੀਆਂ ਦੀਵਾਰਾਂ ਦੀ ਜੇ ਹਾਈਟ ਦੇਖੀਏ, ਘੱਟੋ ਘੱਟ ਨਹੀਂ, ਮੈਨੂੰ ਲੱਗਦਾ ਹੈ ਕਿ 45-40 ਫੁੱਟ ਦੀਆਂ ਇਹ ਦੀਵਾਰਾਂ ਹੈਗੀਆਂ ਨੇ, ਜਿਹੜੀਆਂ ਇੰਚ ਦੀਆਂ ਦੀਵਾਰਾਂ ਨੇ, ਜਿਹਦੇ ਕਰਕੇ ਬਚਿਆ ਹੋਇਆ। ਔਰ ਪ੍ਰਾਚੀਨ ਇਹ ਚੀਜ਼ ਜਿਹੜੀ ਹੈਗੀ ਆ ਬਣੀ ਹੋਈ ਆ। ਸੈਨਿਕ ਸੀ ਇਹ, ਇੱਥੇ ਰਹਿੰਦੇ ਸੀ। ਇਹ ਬਿਲਕੁਲ ਆਲੇ ਬਣੇ ਹੋਏ ਆ। ਬਿਲਕੁਲ ਕੁਝ ਚੀਜ਼ਾਂ ਇਹ ਗਿਰ ਵੀ ਚੁੱਕੀਆਂ ਨੇ, ਲੇਕਿਨ ਦੇਖੋ ਇੱਥੇ ਗੇਟ ਲੱਗੇ ਹੁੰਦੇ ਸੀ। ਦਰਵਾਜ਼ੇ ਸੀ, ਦਰਵਾਜ਼ੇ ਇੱਥੋਂ ਪੱਟ ਚੁੱਕੇ ਨੇ। ਇੱਕ ਗੇਟ ਦਾ ਨਿਸ਼ਾਨ ਬਣਿਆ ਹੋਇਆ। ਜਿੱਦਾਂ ਪੌਲਸ ਇੱਥੇ ਦਰਵਾਜ਼ੇ ਹੁੰਦੇ ਸੀ। ਜਿਹੜੇ ਇੱਥੇ ਪਹਿਲਾਂ ਰਾਜੇ ਮਹਾਰਾਜੇ ਇੱਥੇ ਵਿਸ਼ਰਾਮ ਕਰਦੇ ਸੀ। ਉਹਨਾਂ ਦੇ ਜਿਹੜੇ ਮੰਤਰੀਗਣ ਸੀ ਜਾਂ ਜਿਹੜੇ ਉਹਨਾਂ ਦੇ ਜਿਹੜੇ ਸਿਪਾਹ ਸਲਾਰ ਸੀ, ਇੱਥੇ ਰਹਿੰਦੇ ਸੀ। ਔਰ ਇੱਥੋਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਦੋਸਤੋ। ਉਹ ਦੇਖੋ ਸਾਹਮਣੇ ਹਿਮਾਚਲ ਦਿਖਦਾ। ਹਿਮਾਚਲ ਦੀਆਂ ਜਿਹੜੀਆਂ ਪਹਾੜੀਆਂ ਨੇ, ਇੱਦਾਂ ਦੀਆਂ ਜਿਹੜੀਆਂ ਵਿਰਾਸਤਾਂ, ਜਿਹੜੀਆਂ ਕਾਂਗੜਾ, ਢੋਲਵਾਹਾ, ਇੱਦਾਂ ਅਲੱਗ-ਅਲੱਗ ਜਗ੍ਹਾ ਦੇ ਵਿੱਚ ਸੀ। ਜਿੱਦਾਂ ਆਪਾਂ ਕਹਿ ਸਕਦੇ ਰਾਮ ਟਟਵਾਲੀ ਵੀ ਇੱਦਾਂ ਦੇ ਕਿਲੇ ਹੈਗੇ ਨੇ ਕਈ। ਲੇਕਿਨ ਤੁਹਾਨੂੰ ਮੈਂ ਤਸਵੀਰਾਂ ਦੇਖ ਲਿਆ, ਕਿੰਨੀ ਅੱਛੀ ਜਿਹੜੀ ਬਿਊਟੀ ਹੈਗੀ ਹੈ ਇੱਥੋਂ ਦਿਸਦੀ ਹੈਗੀ ਹੈ। ਇੱਥੋਂ ਕਾਫੀ ਦੂਰ ਆਪਾਂ ਦੇਖੀਏ, ਆਪਣੇ ਕੈਮਰਾਮੈਨ ਨੂੰ ਕਹਾਂ, ਕਾਫੀ ਦੂਰ ਜਿਹੜੀ ਨਿਗਾਹ ਹੈਗੀ ਹੈ ਹਿਮਾਚਲ ਨੂੰ ਜਾਂਦੀ ਆ। ਔਰ ਖਾਸ ਕਰਕੇ ਕਲਾਈਮੇਟਸ ਬਹੁਤ ਅੱਛਾ ਹੈਗਾ। ਦੇਖੋ ਇੱਧਰ ਕੁਝ ਜਿਹੜੀਆਂ ਤਸਵੀਰਾਂ ਮੈਂ ਦਿਖਾ ਰਿਹਾ ਤੁਹਾਨੂੰ। ਬਿਲਡਿੰਗ ਜਿਹੜੀ ਹੈਗੀ ਹੈ ਡਿੱਗ ਚੁੱਕੀ ਹੈਗੀ ਹੈ। ਕੁਝ ਪੱਥਰ ਜਿਹੜੇ ਡਿੱਗ ਪਏ ਨੇ, ਲੇਕਿਨ ਬਹੁਤ ਹਜੇ ਤੱਕ ਵੀ ਇਹ ਬਚਿਆ ਹੋਇਆ ਹੈਗਾ। ਹੋਰ ਤੁਹਾਨੂੰ ਮੈਂ ਦਿਖਾ ਰਿਹਾ, ਇਹ ਜਿਹੜਾ ਕਿਲਾ ਹੈਗਾ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਟੈਂਪਰੇਚਰ ਕਾਫੀ ਮੇਨਟੇਨ ਹੈ। ਇੱਥੇ ਨਾ ਗਰਮੀ ਲੱਗੇਗੀ ਨਾ ਸਰਦੀ ਲੱਗੇਗੀ। ਇਹ ਜਿਹੜੀਆਂ ਬਾਲਸ ਹੁੰਦੀਆਂ ਨੇ, ਜਿਹੜੀਆਂ ਦੀਵਾਰਾਂ ਹੁੰਦੀਆਂ ਨੇ, ਕਾਫੀ ਕੂਲ ਹੁੰਦੀਆਂ ਨੇ, ਟੈਂਪਰੇਚਰ ਨੂੰ ਮੇਨਟੇਨ ਰੱਖਦੀਆਂ ਨੇ। ਆਪਾਂ ਵੀ ਇੱਥੇ ਖੜੇ ਆ, ਐਵੇਂ ਲੱਗਦਾ ਜਿੱਦਾਂ ਇੱਕ ਏਸੀ ਚੱਲ ਰਿਹਾ ਹੈਗਾ, ਲੇਕਿਨ ਗਰਮੈਸ਼ ਵੀ ਪੂਰੀ ਹੈਗੀ ਆ। ਦੇਖੋ ਇਹ ਜਿਹੜਾ ਇੱਥੇ ਇਹਨਾਂ ਦਾ ਰਹਿਣ ਦਾ ਸਮਾਂ ਸੀ। ਇੱਥੋਂ ਕਹਿੰਦੇ ਸੀ ਕਿ ਕੋਈ ਵੀ ਵਿਅਕਤੀ ਬਾਹਰੋਂ ਆਉਂਦਾ ਸੀ ਤਾਂ ਫਾਇਰ ਕਰਦੇ ਸੀ, ਜਾਂ ਜੋ ਵੀ ਉਹਨੂੰ ਦੇਖ ਲੈਂਦੇ ਸੀ। ਘੋੜਿਆਂ ਰਾਹੀਂ ਜਾਂ ਖੱਚਰਾਂ ਰਾਹੀਂ ਜਾਂ ਹਾਥੀਆਂ ਰਾਹੀਂ ਇਹ ਸਮਾਨ ਪਹੁੰਚਾਇਆ ਹੋਏਗਾ। ਦੇਖੋ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ। ਇੱਥੇ ਦਰਵਾਜ਼ੇ ਹੁੰਦੇ ਸੀ, ਇੱਥੇ ਖਿੜਕੀਆਂ ਲੱਗਦੀਆਂ ਸੀ। ਤੁਹਾਨੂੰ ਮੈਂ ਦਿਖਾਵਾਂਗਾ, ਕੈਮਰਾਮੈਨ ਦਿਖਾ। ਇਹ ਬਿਲਕੁਲ ਪਿੱਲਰ ਬਣਿਆ ਹੋਇਆ, ਇੱਥੇ ਦਰਵਾਜ਼ਾ ਪੂਰਾ ਬਣਿਆ ਹੋਇਆ ਸੀ ਉਹਲੇ। ਲੇਕਿਨ ਕਾਫੀ ਜਿਹੜੇ ਚੋਰ ਚਪੱਟੇ ਹੈਗੇ ਨੇ, ਇੱਥੋਂ ਕਾਫੀ ਸਮਾਨ ਚੱਕ ਕੇ ਲੱਗੇ ਹੋਏ ਨੇ। ਲੇਕਿਨ ਅੱਜ ਵੀ ਇਹ ਪ੍ਰਾਚੀਨ ਚੀਜ਼ ਬਣੀ ਹੋਈ। ਦੇਖੋ ਕਿੰਨੀ ਗੁੰਮਟ ਜਿਹੜਾ ਹੈਗਾ, ਤੁਹਾਨੂੰ ਦਿਖਾਵਾਂਗਾ। ਗੁੰਮਟ ਕਿੰਨਾ ਪਿਆਰਾ ਗੁੰਮਟ ਬਣਿਆ ਹੋਇਆ, ਉਹ ਡਾਟ ਨਾਲ ਬਣਿਆ ਹੋਇਆ ਗੁੰਮਟ ਹੈਗਾ ਇਹ। ਇੱਥੋਂ ਜਿਹੜਾ ਹੈਗਾ ਹਲੀਸ਼ਾਨ ਪਹਿਲਾਂ ਜਿਹੜੇ ਔਲੇ ਹੁੰਦੇ ਸੀ, ਜਿੱਦਾਂ ਖੋਣਿਆਂ ਦੇ ਵਿੱਚ ਔਲੇ ਹੁੰਦੇ ਸੀ, ਇੱਥੇ ਸਾਰਾ ਖਜ਼ਾਨਾ ਹੁੰਦਾ ਸੀ, ਇੱਥੇ ਨੂੰ ਬੰਦ ਕੀਤਾ ਜਾਂਦਾ ਸੀ। ਲੇਕਿਨ ਹੁਣ ਫਿਲਹਾਲ ਕੁਝ ਵੀ ਨਹੀਂ ਹੈਗਾ। ਲੇਕਿਨ ਖਾਸ ਕਰਕੇ ਤੁਹਾਨੂੰ ਮੈਂ ਦਿਖਾ ਰਿਹਾ, ਇਹ ਸੀਮਟ ਨਹੀਂ ਹੈਗਾ, ਇਹ ਚੂਨਾ ਹੈਗਾ। ਚੂਨਾ ਜਿਹਦੀ ਇਹ ਚੁਨਾਈ ਹੁੰਦੀ ਸੀ, ਅੱਜ ਤੱਕ ਵੀ ਇਹ ਮਜ਼ਬੂਤੀ ਹੈ। ਕਈ ਜਗ੍ਹਾ ਦੇਖਿਆ ਕਿ ਸੀਮਟ ਦਾ ਜਿਹੜਾ ਹੈਗਾ ਸਿਸਟਮ ਟੁੱਟ ਜਾਂਦਾ ਜਾਂ ਖਰਾਬ ਹੁੰਦਾ। ਇਹ ਕਿੱਦਾਂ ਇੱਥੋਂ ਪਹੁੰਚਾਇਆ ਹੋਗਾ, ਕਿੱਦਾਂ ਇੱਥੇ ਪਾਣੀ ਪਹੁੰਚਿਆ ਹੋਏਗਾ। ਤੁਹਾਨੂੰ ਮੈਂ ਦਿਖਾ ਰਿਹਾ। ਇਹ ਪੱਥਰ ਜਿਹੜੇ ਨੇ ਬਿਲਕੁਲ ਘੜੇ ਹੋਏ ਪੱਥਰ ਨੇ। ਇਹ ਪੱਥਰਾਂ ਨਾਲ ਇਹ ਬਿਲਡਿੰਗਸ ਬਣੀ ਹੋਈ ਸੀ, ਔਰ ਇੱਥੇ ਰਹਿੰਦੇ ਸੀ ਲੋਕ। ਲੇਕਿਨ ਅੱਜ ਇਹ ਸਭ ਕੁਝ ਚਲ ਗਿਆ ਹੈਗਾ। ਦੋਸਤੋ, ਇਹ ਜਿਹੜੇ ਦੀਵਾਰਾਂ ਨੇ, ਇਹ ਜਿਹੜੇ ਔਲੇ ਰੱਖੇ ਜਾਂਦੇ ਸੀ ਤੇ ਖਜ਼ਾਨੇ ਰੱਖੇ ਜਾਂਦੇ ਸੀ। ਇੱਥੇ ਪੈਸੇ ਜਾਂ ਜਿਹੜਾ ਉਹਨਾਂ ਦਾ ਅਸਲਾ ਹੁੰਦਾ ਸੀ ਜਾਂ ਕੁਝ ਵੀ ਹੁੰਦਾ ਸੀ, ਇਹਦੇ ਵਿੱਚ ਰੱਖਿਆ ਹੁੰਦਾ ਸੀ, ਇਹਨੂੰ ਲੋਕ ਕੀਤਾ ਹੁੰਦਾ ਸੀ। ਦੇਖੋ ਕੁਝ ਪੇੜ ਪੌਦੇ ਜਿਹੜੇ ਇਹਦੇ ਪਰ ਬਣ ਚੁੱਕੇ ਨੇ, ਲੇਕਿਨ ਹਜੇ ਤੱਕ ਵੀ ਜਿਹੜੇ ਪੱਥਰ ਨੇ ਹਜੇ ਤੱਕ ਜੀਵਤ ਨੇ। ਇਹ ਕੁਝ ਕਹਿ ਰਹੇ ਨੇ, ਇਹ ਦੱਸ ਰਹੇ ਨੇ ਕਿ ਇੱਥੇ ਕੁਝ ਬਣਿਆ ਸੀ। ਇੱਕ ਖਾਸ ਇੱਕ ਜਗ੍ਹਾ ਹੈਗੀ ਆ, ਤੁਹਾਨੂੰ ਮੈਂ ਦਿਖਾ ਰਿਹਾ ਹੈਗਾ। ਇੱਥੋਂ ਇੱਕ ਸੀੜੀਆਂ ਬਣੀਆਂ ਹੋਈਆਂ ਨੇ। ਦੇਖੋ ਪੱਥਰਾਂ ਦੀ ਜਿਹੜੀ ਘੜਤ ਹੈਗੀ ਆ, ਵਿੱਚ ਪੇੜ ਹੋਣ ਕਰਕੇ
ਬਿਲਕੁਲ ਦੋਸਤੋ, ਆ ਜਿਹੜਾ ਕਿਲਾ ਹੈਗਾ ਆ ਬਹੁਤ ਵੱਡਾ ਕਿਲਾ ਹੈਗਾ। ਕਿਲੇ ਨੇ ਜਿਹੜੀ ਬੂਟੀ ਨੇ ਇਹਨੂੰ ਖਤਮ ਕਰ ਦਿੱਤਾ ਹੈਗਾ। ਇਹਦੀ ਜਿਹੜੀ ਹਕੀਕਤ ਸੀ, ਜਿਹੜਾ ਇਹਦਾ ਪ੍ਰਾਚਰ ਵਿਭਾਗ ਸੀ, ਜਿਹੜਾ ਉਹਦੇ ਵੱਲ ਧਿਆਨ ਨਹੀਂ ਦੇ ਰਿਹਾ। ਇਹ ਜਿਹੜੀ ਚੀਜ਼ ਹੈਗੀ ਹੈ ਖਤਮ ਹੁੰਦੀ ਜਾ ਰਹੀ, ਅਲੋਪ ਹੁੰਦੀ ਜਾ ਰਹੀ ਆ। ਪਰ ਜਦੋਂ ਇਹ ਬਣੀ ਹੋਏਗੀ ਉਸ ਜ਼ਮਾਨੇ ਦੇ ਹਿਸਾਬ ਨਾਲ ਹਜ਼ਾਰਾਂ ਕਰੋੜਾਂ ਰੁਪਏ ਇੱਥੇ ਲੱਗੇ ਹੋਣਗੇ। ਆ ਤੁਹਾਨੂੰ ਮੈਂ ਦਿਖਾ ਰਿਹਾ ਇੱਥੋਂ। ਇਹ ਜਿਹੜਾ ਕਿਲਾ ਹੈਗਾ ਪੂਰਾ ਉਹ ਪਰੇ ਤੱਕ ਕਿਲਾ ਹੈ, ਉੱਪਰ ਘਾਹ ਬੂਟੀ ਜੰਮ ਚੁੱਕੀ ਹੈਗੀ ਆ। ਇੱਥੋਂ ਆਪਾਂ ਮੈਂ ਇੱਧਰ ਆਪਣੇ ਕੈਮਰਾਮੈਨ ਨੂੰ ਕਹਾਂਗਾ ਇਹ ਹੌਲੀ ਹੌਲੀ ਤਸਵੀਰਾਂ, ਇਹ ਪਿੰਡ ਜਿਹੜਾ ਸਾਰਾ ਮਲੋਟ ਹੈਗਾ, ਮਲੋਟ ਦੇ ਨਾਲ ਪਰੇ ਜਾ ਕੇ ਦੇਖੀਏ ਹਿਮਾਚਲ ਹੈਗਾ, ਗਗਰੇਟ ਹੈਗਾ, ਇੱਧਰ ਪਿੱਛੇ ਕੋਟ ਪਟਿਆਲਾ ਹੈਗੀਆਂ। ਆਹ ਦੇਖੋ ਇਹ ਦੀਵਾਰਾਂ ਦੇ ਉੱਪਰ ਇੱਥੋਂ ਚੜ੍ਹ ਕੇ ਕਾਫੀ ਦੂਰ ਤੱਕ ਕੋਈ ਜਿਹੜਾ ਸ਼ਤਰੂ ਆਉਂਦਾ ਸੀ ਜਾਂ ਉਹਨਾਂ ਦੇ ਘੋੜੇ ਆਉਂਦੇ ਸੀ ਜਾਂ ਕੋਈ ਦੁਸ਼ਮਣ ਆਉਂਦਾ ਸੀ, ਇੱਥੋਂ ਪਤਾ ਲੱਗ ਜਾਂਦਾ ਸੀ। ਇੱਥੋਂ ਹੀ ਉਹ ਫਾਇਰ ਕਰਦੇ ਸੀ, ਇੱਥੋਂ ਆਪਣਾ ਬਚਾਅ ਕਰਦੇ ਸੀ। ਇੱਥੇ ਜਿਹੜਾ ਵੀ ਉਸ ਟਾਈਮ ਰਾਜਾ ਹੋਏਗਾ, ਵੈਸੇ ਤਾਂ ਕਹਿੰਦੇ ਅਕਬਰ ਦਾ ਕਿਲਾ ਹੈ, ਲੇਕਿਨ ਪੂਰੀ ਸਾਨੂੰ ਜਾਣਕਾਰੀ ਨਹੀਂ ਹੈਗੀ ਕਿ ਅਕਬਰ ਦਾ ਸੀ ਜਾਂ ਕੌਣ ਇੱਥੇ ਦਾ ਰਾਜਾ ਸੀ। ਲੇਕਿਨ ਜਿਹੜਾ ਵੀ ਰਾਜਾ ਹੋਏਗਾ ਉਹਨੇ ਬਹੁਤ ਹੀ ਆਲੀਸ਼ਾਨ ਜਿਹੜਾ ਹੈਗਾ ਇਹ ਟੈਂਪਲਸ ਬਣਾਇਆ ਹੋਇਆ, ਇਹ ਇੱਕ ਆਪਣਾ ਕਿਲਾ ਬਣਾਇਆ ਹੋਇਆ। ਇਦਾਂ ਦੇ ਕਿਲੇ ਜਿਹੜੇ ਨੇ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਬਹੁਤ ਜ਼ਿਆਦਾ ਨੇ, ਲੇਕਿਨ ਪ੍ਰੋਬਲਮ ਇਹ ਹੈਗਾ ਕਿ ਇਹਨੂੰ ਸਾਂਭਿਆ ਨਹੀਂ ਗਿਆ। ਦੇਖਣ ਆਏ ਹੈਗੇ ਜੀ, ਇਹਦੇ ਪਰ ਸਰਕਾਰ ਧਿਆਨ ਦਿੰਦੀ ਹੈ, ਇਹਨੂੰ ਹਿਸਟੋਰੀਕਲ ਚੀਜ਼ ਬਣ ਸਕਦੀ ਆ। ਕੀ ਕਹਿਣਾ ਚਾਹੁੰਦੇ ਹੋ ਸਰ? ਹਾਂਜੀ ਹਾਂਜੀ, ਇਹ ਤਾਂ ਹੈਗਾ ਜੀ। ਇਹ ਹੈ ਨਾ, ਜੇ ਸਰਕਾਰ ਜਿਹੜੀ ਹੈ ਚੀਜ਼ ਬਣਨੀ ਚਾਹੀਦੀ ਹੈ ਜੀ, ਕਿਉਂਕਿ ਇਹ ਪੁਰਾਣੀ ਚੀਜ਼ਾਂ ਸਾਂਭ ਕੇ ਬਣਾ ਸਕਦੀਆਂ, ਸਾਂਭ ਕੇ ਰੱਖਣੀ ਚਾਹੀਦੀਆਂ। ਹਾਂ ਸਾਨੂੰ ਅੱਜ ਦੇ ਇੱਥੇ ਕਿਲਾ ਦੇਖਿਆ, ਤੁਹਾਨੂੰ ਕੀ ਫੀਲ ਹੋਇਆ ਸਰ? ਸਾਨੂੰ ਬਹੁਤ ਵਧੀਆ ਫੀਲ ਹੋਇਆ ਕਿਲਾ ਦੇਖ ਕੇ। ਬਹੁਤ ਵਧੀਆ ਜਗ੍ਹਾ ਬਣਾਈ ਅੱਛਾ, ਹੋਈ ਆ। ਕਿਦਾਂ ਅਸੀਂ ਵੀ ਮੈਂ ਕਿਹਾ ਇਕੱਠੇ ਆਏ ਆ, 4-5 ਕਿਲੋਮੀਟਰ ਚੜ੍ਹਾਈ ਚੜ੍ਹ ਕੇ ਆਏ ਆ। ਇਹ ਸਮਾਨ ਕਿਦਾਂ ਪਹੁੰਚਾਇਆ ਹੋਇਆ, ਕਲਪਨਾ ਹੀ ਕਰ ਸਕਦੇ ਆ ਕਿਦਾਂ ਇਹਨਾਂ ਨੇ ਪੱਥਰ ਇੱਥੇ। ਉਹਨਾਂ ਨੇ ਜਿਹੜੇ ਲੋਕ ਪਹਿਲਾਂ ਸੀ ਕਿੰਨੇ ਸਟਰਗਲ ਵਾਲੇ ਲੋਕ ਸੀ, ਕਿੰਨੇ ਮਿਹਨਤੀ ਲੋਕ ਸੀ। ਬਹੁਤ ਮਿਹਨਤੀ ਲੋਕ ਸੀ, ਉਹਨਾਂ ਨੇ ਬੜੀ ਮਿਹਨਤ ਨਾਲ ਬਣਾਇਆ। ਅੱਜ ਕਹਾਂਗਾ ਬਿਲਕੁਲ ਸਾਵਧਾਨੀ ਦੇ ਨਾਲ ਇੱਥੇ ਕਾਵੇ। ਇੱਥੋਂ ਮੈਂ ਤਸਵੀਰਾਂ ਦਿਖਾਵਾਂਗਾ, ਕੈਮਰਾਮੈਨ ਨੂੰ ਕਹਾਂਗਾ ਕਾਫੀ ਡੇਂਜਰਸ ਹੈਗਾ, ਲੇਕਿਨ ਆਹ ਕੁਝ ਪੱਥਰ ਜਿਹੜੇ ਨੇ ਡਿੱਗ ਪਏ ਨੇ। ਆਪਾਂ ਇੱਥੇ ਖੜੇ ਆ, ਕਾਫੀ ਰਿਕਸ ਲੈ ਕੇ ਇੱਥੇ ਆਪਾਂ ਆਏ ਹੈਗੇ ਆ। ਕਾਫੀ ਕਿਲਾ ਜਿਹੜਾ ਤੈਸ਼ ਨੈਸ਼ ਹੋ ਗਿਆ ਹੈਗਾ, ਟੁੱਟ ਗਿਆ ਹੈਗਾ, ਖਤਮ ਹੋ ਗਿਆ। ਇਸ ਕਿਲੇ ਦੇ ਬਿਲਕੁਲ ਉੱਪਰ ਖੜੇ ਆ, ਥੱਲੇ ਜਿਹੜਾ ਹੈਗਾ ਸਾਰਾ ਕੁਝ ਬਣਿਆ, ਲੇਕਿਨ ਆਹ ਕਾਫੀ ਵੱਡਾ ਹੈਗਾ, ਘੱਟੋ ਘੱਟ ਨਹੀਂ ਹਜ਼ਾਰਾਂ ਫੁੱਟ ਇਹ ਕਿਲਾ ਜਿਹੜਾ ਬਣਿਆ ਹੋਇਆ। ਚੀਜ਼ ਤੁਹਾਨੂੰ ਮੈਂ ਦਿਖਾ ਰਿਹਾ, ਇਹ ਇੰਨੀ ਬਿਊਟੀ ਚੀਜ਼ ਹੈਗੀ ਆ। ਪਹਿਲਾਂ ਜਿਹੜੇ ਅੰਗਰੇਜ਼ ਹੁੰਦੇ ਸੀ ਉਹਨਾਂ ਦੇ ਵੀ ਆਪਾਂ ਪੁਰਾਣੇ ਜਿਹੜੇ ਮਕਾਨ ਦੇਖੇ ਨੇ। ਮੈਂ ਕਾਫੀ ਤੁਹਾਨੂੰ ਹਿਸਟੋਰੀਕਲ ਜਗ੍ਹਾ ਦਿਖਾ ਚੁੱਕਾ ਹੈਗਾ। ਆਹ ਜਿਹੜੀਆਂ ਡਾਟਸ ਜਿਹੜਾ ਹੁੰਦੀਆਂ ਸੀਆਂ, ਆ ਬਿਲਕੁਲ ਇੰਨੀ ਮਜ਼ਬੂਤੀ ਨਾਲ ਇਹ ਬਣਦੀਆਂ ਸੀਆਂ। ਆਹ ਜਿਹੜੀ ਚੀਜ਼ ਹੈਗੀ ਹੈ, ਇੱਥੇ ਕੋਈ ਸੀਮਟ ਜਾਂ ਸਰੀਆ ਨਹੀਂ ਪਿਆ ਹੋਇਆ, ਆ ਡਾਟ ਨਾਲ ਇਹਨੂੰ ਲੈਂਟਰ ਬਣਾਇਆ ਹੋਇਆ। ਇਦਾਂ ਦੇ ਕਈ ਪੁਲ ਜਿਹੜੇ ਨੇ, ਜਿੱਦਾਂ ਆਪਾਂ ਸ਼ਿਮਲੇ ਜਾਂਦੇ ਆ ਉੱਥੇ ਸੁਰੰਗਾਂ ਬਣੀਆਂ ਹੋਈਆਂ ਨੇ, ਉਹ ਡਾਟ ਨਾਲ ਪੁਲ ਬਣੇ ਹੋਏ ਨੇ। ਕੋਈ ਉੱਥੇ ਸਰੀਆ ਜਾਂ ਇਦਾਂ ਦਾ ਕੁਝ ਨਹੀਂ, ਲੇਕਿਨ ਸੀਮਟ ਨਾਲ ਇਹ ਡਾਟਾਂ ਬਣਾਈ ਹੁੰਦੀ ਸੀ। ਇੰਨੀ ਇਹਦੇ 'ਚ ਮਜ਼ਬੂਤੀ ਹੈ। ਹਜ਼ਾਰਾਂ ਸਾਲ ਪਹਿਲਾਂ ਇਹ ਚੀਜ਼ਾਂ ਬਣੀਆਂ ਨੇ, ਅੱਜ ਵੀ ਇੱਥੇ ਕਾਇਮ ਹੈਗੀਆਂ ਨੇ। ਇਹਨੂੰ ਹਿਲਾ ਨਹੀਂ ਸਕਦਾ, ਇਹਨੂੰ ਤੋੜ ਨਹੀਂ ਸਕਦਾ, ਇਹ ਡਿੱਗ ਨਹੀਂ ਸਕਦੀਆਂ। ਇਹ ਚੀਜ਼ਾਂ ਜਿਹੜੀਆਂ ਇੱਥੇ ਕਾਇਮ ਹੈਗੀਆਂ ਨੇ। ਇਸ ਤੋਂ ਵੱਡੀ ਜਿਹੜੀ ਚੀਜ਼ ਮੈਨੂੰ ਨਜ਼ਰ ਆਈ ਆ, ਇਹ ਵਾਸਤੂ ਦੇ ਅਕੋਰਡਿੰਗ ਹਰ ਚੀਜ਼ ਪਹਿਲਾਂ ਬਣਾਉਂਦੇ ਸੀ। ਵਾਸਤੂ ਜਿਹੜਾ ਹਰ ਚੀਜ਼ ਦੇ ਵਿੱਚ, ਹਰ ਬਿਲਡਿੰਗ ਦੇ ਵਿੱਚ ਦੱਸਿਆ ਜਾਂਦਾ ਸੀ। ਆਹ ਜਿਹੜੀ ਚੀਜ਼ਾਂ ਤੁਹਾਨੂੰ ਮੈਂ ਦਿਖਾ ਰਿਹਾ ਹੈਗਾ, ਆਹ ਦੇਖੋ, ਇਹਨੂੰ ਵਾਸਤੂ ਦਾ ਵੀ ਕਲਾ ਦਿੱਤਾ ਹੋਇਆ। ਇਹ ਦਰਵਾਜ਼ਾ ਕਾਫੀ ਵੱਡਾ ਦਰਵਾਜ਼ਾ ਹੈਗਾ, ਗੇਟਸ ਹੈਗਾ। ਦੇਖੋ ਕਿੰਨਾ ਇਹਨੂੰ ਕਿੱਦਾਂ ਦਿਮਾਗ, ਕਿਹੜੇ ਆਰਕੀਟੈਕਟਰ ਹੁੰਦੇ ਸੀ, ਕਿਹੜੇ ਉੱਥੇ ਦਿਮਾਗਕਾਰ ਹੁੰਦੇ ਸੀ ਜਿਹੜੇ ਇਹਨਾਂ ਚੀਜ਼ਾਂ ਨੂੰ ਤਿਆਰ ਕਰਦੇ ਸੀ। ਆਹ ਦੇਖੋ, ਅੱਜ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਵੀ ਖੜੀਆਂ ਨੇ। ਹਜ਼ਾਰਾਂ ਸਾਲ ਪਹਿਲਾਂ ਇਹ ਚੀਜ਼ਾਂ ਬਣੀਆਂ ਸੀ। ਇਹ ਪੱਥਰ ਜਿਹੜੇ ਨੇ ਇਹ ਕੁਝ ਬੋਲਦੇ ਪਏ ਨੇ, ਤਸਵੀਰਾਂ ਬੋਲਦੇ ਪਏ ਨੇ। ਇਹ ਵੀ ਉਡੀਕ ਕਰਦੇ ਪਏ ਨੇ, ਯਾਰ ਸਾਡੀ ਕੌਣ ਸੰਭਾਲ ਕਰੇ, ਕਿਹੜੀ ਸਰਕਾਰ ਆਵੇ, ਕਿਹੜਾ ਨੇਤਾ ਆਵੇ ਸਾਡੇ ਵੱਲ ਧਿਆਨ ਕਰੇ। ਲੇਕਿਨ ਅੱਜ ਵੀ ਇਹ ਵੇਟ ਕਰ ਰਹੀਆਂ ਨੇ। ਅਬ ਤੱਕ ਚੈਨਲ ਜਿਹੜਾ ਇੱਥੇ ਪਹੁੰਚਿਆ, ਸ਼ਾਇਦ ਉਹਨੂੰ ਲੱਗਿਆ ਹੋਏਗਾ ਯਾਰ ਮੇਰੇ ਕੋਲ ਕੋਈ ਤੇ ਆਇਆ ਹੈਗਾ। ਕੋਈ ਨਾ ਕੋਈ ਟੂਰਿਸਟ ਇੱਥੇ ਦੇਖਣ ਜ਼ਰੂਰ ਆਉਂਦਾ। ਕਾਫੀ ਜੰਗਲ ਦੇ ਵਿੱਚ ਹੈ, ਕੋਈ ਰਸਤਾ ਨਹੀਂ ਹੈਗਾ। ਹਾਂ, ਜੇ ਕੋਈ ਰਸਤਾ ਬਣੇ, ਜਿਵੇਂ ਢੋਲਵੇ ਦਾ ਕਿਲਾ ਹੈਗਾ, ਉਹਦੇ ਵਿੱਚ ਸਰਕਾਰ ਨੇ ਪੌੜੀਆਂ ਬਣਾ ਕੇ ਉਹਨੂੰ ਕਾਇਮ ਕੀਤਾ। ਅੱਜ ਹਜ਼ਾਰਾਂ ਟੂਰਿਸਟ ਉੱਥੇ ਪਹੁੰਚਦੇ ਨੇ, ਰਾਹੇ ਗਰਾਏ ਉੱਥੇ ਜਾਂਦੇ ਰਹਿੰਦੇ। ਇਹਨੂੰ ਵੀ ਇਦਾਂ ਦਾ ਕੁਝ ਕੀਤਾ ਜਾਂਦਾ, ਇੱਥੇ ਵੀ ਇਹਨੂੰ ਸੰਭਾਲ ਕੀਤੀ ਜਾਂਦੀ ਤੇ ਲੋਕ ਇੱਥੇ ਆ ਸਕਦੇ ਸੀ। ਕੁਝ ਪਿਕਚਰਸ ਇੱਥੇ ਬਣ ਸਕਦੀਆਂ ਸੀ, ਕੁਝ ਹੋਰ ਚੀਜ਼ਾਂ ਇੱਥੇ ਤਿਆਰ ਹੋ ਸਕਦੀਆਂ ਸੀ, ਇੱਥੇ ਲਿਆਂਦੇ ਨੇ। ਔਰ ਇਹ ਚੀਜ਼ਾਂ ਜਿਹੜੀਆਂ ਨੇ, ਜਿਨ੍ਹਾਂ ਕਲਾਕਾਰਾਂ ਨੇ, ਜਿਨ੍ਹਾਂ ਇਤਿਹਾਸਿਕਾਰਾਂ ਨੇ, ਜਿਨ੍ਹਾਂ ਮਿਸਤਰੀਆਂ ਨੇ ਬਣਾਏ ਹੋਣਗੇ, ਅੱਜ ਉਹ ਸਾਡੇ ਵਿੱਚ ਨਹੀਂ ਹੈਗੇ, ਲੇਕਿਨ ਉਹ ਇੱਕ ਇਤਿਹਾਸ ਦਾ ਪੰਨਾ ਲਿਖ ਕੇ ਚਲ ਗਏ ਨੇ। ਇਤਿਹਾਸ ਨੂੰ ਘੜ ਕੇ ਚਲ ਗਏ ਨੇ, ਇਤਿਹਾਸ ਨੂੰ ਜਿੰਦਾ ਕਰਕੇ ਚਲ ਗਏ ਨੇ, ਇਤਿਹਾਸ ਨੂੰ ਜਿੰਦਾ ਕਰਕੇ ਚਲ ਗਏ ਨੇ। ਕਿਉਂਕਿ ਇੱਥੇ ਲੋਕ ਜਿਹੜੇ ਨੇ, ਇਤਿਹਾਸਕਾਰ ਜਿਹੜੇ ਨੇ, ਇੱਥੇ ਆਉਂਦੇ ਨੇ। ਆਹ ਦੇਖੋ, ਇਹ ਪੱਥਰ ਜਿਹੜੇ ਨੇ ਕਿੱਦਾਂ ਉਹਨਾਂ ਨੇ ਚੁਣੇ ਹੋਣਗੇ, ਕਿੱਦਾਂ ਇਹਨਾਂ ਦੀ ਡਾਟਸ ਬਣਾਈ ਹੋਏਗੀ। ਆਹ ਕੁਝ ਕਹਿ ਰਿਹਾ ਹੈਗਾ ਪੱਥਰ, ਕੁਝ ਨਿਸ਼ਾਨ ਇੱਥੇ ਛੱਡ ਗਏ ਨੇ। ਆਹ ਜਿਹੜੀ ਚੀਜ਼ ਹੈਗੀ ਹੈ, ਕਿਹੜੇ ਪੁਰਾਣੇ ਜਿਹੜੇ ਹੈਗੇ ਨੇ ਕਿਲੇ ਹੈਗੇ ਨੇ। ਆਹ ਜਿਹੜੇ ਕਿਲੇ ਨੇ, ਵੈਸੇ ਮੈਂ ਕੁਤਬ ਮੀਨਾਰ ਤੁਹਾਨੂੰ ਦਿੱਲੀ ਦਾ ਦਿਖਾ ਚੁੱਕਾ ਹੈਗਾ। ਮਾਊਂਟ ਆਬੂ ਦੇ ਵਿੱਚ ਇੱਕ ਦਿਲਵਾੜਾ ਮੰਦਿਰ ਹੈ, ਉਹ ਵੀ ਪ੍ਰਾਚੀਨ ਮੰਦਿਰ ਹੈਗਾ। ਸ਼ਿਮਲੇ ਦੇ ਵਿੱਚ ਕਾਫੀ ਇਤਿਹਾਸਿਕ ਸਾਡੇ ਚੈਨਲ ਤੇ ਕਾਫੀ ਅਲੱਗ-ਅਲੱਗ ਵੀਡੀਓ ਹੈਗੀਆਂ ਨੇ। ਲੇਕਿਨ ਮਲੋਟ ਦਾ ਜਿਹੜਾ ਇੱਕ ਕਿਲਾ ਹੈਗਾ, ਅੱਜ ਅਬ ਤੱਕ ਚੈਨਲ ਤੋਂ ਤੁਹਾਨੂੰ ਦਿਖਾ ਰਹੇ ਨੇ। ਆਹ ਕੁਝ ਚੀਜ਼ਾਂ ਇੱਥੇ, ਲੱਕੜੀਆਂ ਜਿਹੜੀਆਂ ਇੱਥੇ ਪਈਆਂ ਨੇ,
ਆ ਤੁਹਾਨੂੰ ਦਿਖਾਵਾਂਗਾ ਦੋਸਤੋ। ਇਹ ਜਗ੍ਹਾ ਹੈਗੀ ਆ ਪੀਸ ਜਗ੍ਹਾ ਹੈਗੀ ਆ। ਅੱਜ ਮੇਰੇ ਨਾਲ ਇਹ ਜਿਹੜੀ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਤੇ ਦੋਸਤੋ ਇਹ ਜਿਹੜਾ ਮਲੋਟ ਦਾ ਕਿਲਾ ਹੈ, ਪਲੀਜ਼ ਜਿਹੜੇ ਬੱਚੇ ਨੇ, ਜਿਹੜੇ ਨਵੀਂ ਪੀੜ੍ਹੀ ਆ, ਉਹਨਾਂ ਨੂੰ ਦੇਖਣ ਨੂੰ ਮਿਲਿਆ, ਕੁਝ ਬਜ਼ੁਰਗਾਂ ਨੂੰ ਦੇਖਣ ਨੂੰ ਮਿਲਿਆ। ਅਬ ਤੱਕ ਚੈਨਲ ਤੁਹਾਨੂੰ ਅਗਲੀ ਵਾਰ ਕਿਤੇ ਹੋਰ ਇਤਿਹਾਸਿਕ ਜਗ੍ਹਾ ਲੈ ਕੇ ਜਾਵੇਗਾ, ਇਤਿਹਾਸਿਕ ਜਾਣਕਾਰੀ ਦੇਵੇਗਾ। ਮੇਰੀ ਰਿਕੁਐਸਟ ਆ, ਆਪਾਂ ਕਾਫੀ ਟਾਈਮ ਕੱਢ ਕੇ ਕਾਫੀ ਤੁਰ ਕੇ ਇੱਥੇ ਆਏ ਆ। ਜੇ ਤੁਹਾਡਾ ਸਾਨੂੰ ਲਾਈਕ ਚਾਹੀਦਾ ਹੈਗਾ, ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਾਫੀ ਲੋਕਾਂ ਨੂੰ ਜਾਣਕਾਰੀ ਦਿਓ ਕਿ ਮਲੋਟ ਵੀ ਇੱਕ ਕਿਲਾ ਹੈਗਾ, ਜਿਹੜਾ ਪ੍ਰਾਚੀਨ ਕਿਲਾ ਹੈਗਾ, ਜਿਹੜਾ ਇਤਿਹਾਸ ਨਾਲ ਜੁੜਿਆ ਹੋਇਆ। ਤੁਹਾਡਾ ਮੈਂ ਆਪਣਾ ਰਾਕੇਸ਼ ਸ਼ਰਮਾ। ਆਪ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ। ਮਤ ਤੇ ਸਰ ਕਿੰਨੀ ਕੁ ਆਬਾਦੀ ਹੈ, ਮੁਸਲਿਮ ਆਬਾਦੀ ਕਿੰਨੀ ਕੁ ਹੈ? ਮੁਸਲਮਾਨ ਨੇ ਹਾਂਜੀ, ਜਿਵੇਂ ਤੁਸੀਂ ਗੁੱਜਰ ਜਾਂ ਮੁਸਲਮ ਕਿੰਨੇ ਕੁ ਲੋਕ ਹੈਗੇ ਇੱਥੇ? 10 ਘਰ ਹੈ। 10 ਘਰ ਹੈਗੇ ਨੇ। ਤੇ ਜਦੋਂ 47 ਦੀ ਲੜਾਈ ਹੋਈ ਹੈ ਤੇ ਉਹਲੇ ਬਜ਼ੁਰਗ ਤੁਹਾਡੇ ਕਿੰਨੇ ਕੁ ਰਹਿ ਗਏ ਸੀ ਤੇ ਕਿੰਨੇ ਚਲ ਗਏ ਸੀ ਇੱਥੋਂ? ਸਾਰਾ ਪਿੰਡ ਚਲਾ ਗਏ। ਸਾਰਾ ਪਿੰਡ ਚਲ ਗਿਆ ਸੀ। ਤੇ ਤੁਸੀਂ ਇੱਥੇ ਕਿੱਦਾਂ ਰਹਿ ਗਏ ਫਿਰ? ਅਸੀਂ ਲੋਕ ਛੱਪ ਕੇ ਰਹਿ ਗਏ ਲੋਕ ਛੱਪ ਕੇ ਰਹਿ ਸੀ ਗਏ। ਤੇ ਸਾਨੂੰ ਡਰਾਉਂਦੇ ਬਹੁਤ ਸੇ ਲੋਕ। ਜੀ। ਫਿਰ ਅਸੀਂ ਹਿਮਾਚਲ ਚਲੇ ਗਏ ਸੀ। ਜੀ ਜੀ। ਹਿਮਾਚਲ ਕੋਈ ਬੰਦੇ ਤਕੜੇ ਸੀਗੇ, ਉਹਨਾਂ ਦੇ ਆਸਰੇ ਨਾਲ ਉਹਨਾਂ ਦੇ ਨਾਰੇ ਹੈ। ਅੱਛਾ, ਜਿੱਦਾਂ ਮਲੋਟ ਦਾ ਕਿਲਾ ਹੈਗਾ, ਇਹ ਵੀ ਇੱਕ ਮੁਸਲਿਮ ਨਾਲ ਜੁੜਿਆ ਹੋਇਆ, ਇਹ ਕਿਹਨੇ ਬਣਾਇਆ ਹੋਇਆ ਸਰ? ਇਹ ਹੈਗਾ ਜੀ ਦੱਸਦੇ ਤੇ ਹੈਗੇ ਵੀ ਕੋਈ ਲੋਧੀ ਸਾ। ਅੱਛਾ। ਉਹਨ ਬਣਾਇਆ ਸੀਗਾ ਜਿੱਦਾਂ ਅਸੀਂ ਸੁਣਦੇ ਜੀ ਜੀ। ਤਾਂ ਫਿਰ ਅਕਬਰ ਬਾਦਸ਼ਾਹ ਸੀਗਾ। ਅਕਬਰ ਬਾਦਸ਼ਾਹ ਨੇ ਹਾਂਜੀ, ਬਣਾਇਆ। ਅੱਛਾ, ਕਾਫੀ ਵਧੀਆ ਬਣਿਆ ਹੋਇਆ। ਇਹ ਕਿਉਂ ਬਣਾਇਆ ਹੋਏਗਾ ਉਹਨਾਂ ਨੇ ਏਡੀ ਪਹਾੜ ਦੇ ਵਿੱਚ? ਕਿਉਂ ਮਤਲਬ ਇਦਾਂ ਬਣਾਇਆ ਹੋਏਗਾ ਕਿਲਾ? ਜਾਂ ਤਾਂ ਉਸ ਵੇਲੇ ਕੋਈ ਪੱਧਰਾ ਇਲਾਕਾ ਹੋਏਗਾ ਜੀ। ਇਹ ਪੱਧਰਾ ਤਾਂ ਨਹੀਂ ਹੋਏਗਾ ਕਿਉਂਕਿ ਕਹਿੰਦੇ ਸੁਣਿਆ ਕਿ ਲੜਾਈ ਝਗੜਾ ਹੁੰਦਾ ਸੀ ਤਾਂ ਉੱਥੇ ਉਹਨਾਂ ਦੀ ਫੌਜਾਂ ਖੜੀਆਂ ਹੁੰਦੀਆਂ ਸੀ। ਆਈ ਜੀ ਗੱਲ ਤੇ ਹੀ ਫਿਰ ਉਹਨਾਂ ਨੇ ਜੰਗਲ ਵਿੱਚ ਆ ਕੇ ਤੇ ਬਣੂ ਲਏ। ਉਧਰ ਨੂੰ ਬੂਹੇ ਰੱਖੇ, ਦਰਵਾਜ਼ੇ ਰੱਖੇ ਲੜਾਈ ਵਾਸਤੇ। ਜੀ ਜੀ। ਇੱਧਰ ਨੂੰ ਰੱਖੇ। ਹੁਣ ਦਰਵਾਜ਼ੇ ਹੁਣ ਤਾਂ ਹੈ ਨਹੀਂ ਉੱਥੇ ਕੋਈ। ਪਹਿਲਾਂ ਕਹਿੰਦੇ ਦਰਵਾਜ਼ੇ ਹੁੰਦੇ ਸੀ ਇੱਥੇ। ਹੁਣ ਉਹ ਗਲ ਗੁਲ ਗਏ ਜਾਂ ਚੋਰੀ ਹੋ ਗਏ, ਜੋ ਵੀ ਹੋ ਗਿਆ ਨਾ। ਇਹ ਕਿੰਨਾ ਕੁ ਪੁਰਾਣਾ ਹੈਗਾ ਇਹ? ਇਹ ਕੋਈ ਖਬਰ ਹੈ 2000 ਵਰਸ ਹੈ। ਮਤਲਬ 2000 ਵਰष ਪੁਰਾਣਾ। ਮਤਲਬ ਤੁਹਾਡੀਆਂ ਕਈ ਪੀੜ੍ਹੀਆਂ ਤੋਂ ਪਹਿਲਾਂ ਦਾ ਬਣਿਆ ਹੋਇਆ। ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ, ਜੇ ਥੋੜੀ ਜਿਹੀ ਦੇਖ ਰਖਾਵ ਹੋਵੇ ਜਾਂ ਕੋਈ ਇਹਨੂੰ ਸਮਝੇ, ਇਹਨੂੰ ਟੂਰਿਸਟ ਇੱਥੇ ਆਣ, ਇਦਾਂ ਹੋ ਸਕਦਾ ਕੁਝ? ਸਰਕਾਰ ਦਾ ਧਿਆਨ ਦੇਵੇ, ਥੋੜਾ ਇਹਨੂੰ ਮੇਨਟੇਨ ਕਰੇ, ਇਹਦੀ ਰੇਖ ਰਖਾਵ ਕਰੇ। ਤੇ ਸਰਕਾਰ ਨੇ ਕੀ ਕਰਨਾ? ਆਪ ਸਰਕਾਰ ਨੇ ਕੀ ਕਰਨਾ? ਉਹ ਤਾਂ ਖੰਡਰ ਹੋ ਗਿਆ ਹੈ ਨਾ। ਹਾਂਜੀ, ਕੋਈ ਬੰਦਾ ਪਰ ਫਿਰ ਵੀ ਪ੍ਰਾਚੀਨ ਚੀਜ਼ਾਂ ਹੈਗੀਆਂ ਨੇ, ਇਤਿਹਾਸ ਨਾਲ ਜੁੜੀਆਂ ਚੀਜ਼ਾਂ। ਜਿੱਦਾਂ ਢੋਲਵੇ ਦਾ ਕਿਲਾ ਹੈਗਾ ਸੀ, ਉਹਨੂੰ ਉਹਦੀ ਮੇਨਟੇਨ ਕੀਤੀ, ਉਹਨੂੰ ਸਾਂਭਿਆ ਉਹਨਾਂ ਨੇ। ਨਹੀਂ ਕਰਦਾ ਕੋਈ, ਇਹਨੂੰ ਕਿਸੇ ਨੇ ਧਿਆਨ ਨਹੀਂ ਕੀਤਾ। ਕਿਸੇ ਨੇ ਧਿਆਨ ਨਹੀਂ। ਵੈਸੇ ਉਹਦਾ ਪ੍ਰਾਚੀਨ ਕਲਾਕ੍ਰਿਤੀ ਹੈਗੀ ਹੈ। ਇਦਾਂ ਦੇ ਕਿਲੇ ਪੰਜਾਬ ਦੇ ਵਿੱਚ, ਹਿਮਾਚਲ 'ਚ ਤੁਹਾਨੂੰ ਕਾਫੀ ਮਿਲਣਗੇ। ਖਾਸ ਕਰਕੇ ਢੋਲਵਾ, ਜਨੂੜੀ, ਰਾਮਟਟ ਵਾਲੀ, ਇੱਦਾਂ ਇੱਕ ਬਹੁਤ ਬੜੀ ਵਿਰਾਸਤ ਹੁੰਦੀ ਸੀ ਪਹਿਲਾਂ ਇੱਥੇ। ਮੁਸਲਿਮ ਫੈਮਿਲੀ ਦਾ ਇੱਥੇ ਬੜਾ ਦਬਦਬਾ ਹੁੰਦਾ ਸੀ, ਉਹਨਾਂ ਦੇ ਘਰ ਹੁੰਦੇ ਸੀ। 47 ਤੋਂ ਬਾਅਦ ਇੱਥੇ ਸ਼ਿਫਟ ਹੋ ਗਏ। ਹੁਣ ਕੁਝ ਘਰ ਜਿਹੜੇ ਚੰਦ ਘਰ ਜਿਹੜੇ ਨੇ ਮਲੋਟ ਵਿੱਚ ਜਾਂ ਲੱਭਰ ਵਿੱਚ ਤੁਹਾਨੂੰ ਮਿਲਣਗੇ। ਫੈਮਿਲੀ ਜਿਹੜੀਆਂ ਨੇ ਹੁਣ ਮਿਲ ਜੁਲ ਕੇ ਪਰਿਵਾਰ ਇੱਥੇ ਰਹਿੰਦਾ ਪਿਆ। ਤੁਸੀਂ ਦੇਖ ਰਹੇ ਹੋ ਮੇਰਾ ਅਬ ਤੱਕ ਚੈਨਲ ਦੋਸਤੋ। ਮੈਂ ਤੁਹਾਡਾ ਆਪਣਾ ਰਾਕੇਸ਼ ਸ਼ਰਮਾ। ਬਣੇ ਰਹੋ ਮੇਰੇ ਨਾਲ। ਸਭ ਤੋਂ ਪਹਿਲਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾइब करो क्योंकि अगली बार मैं ਤੁਹਾਨੂੰ ਹੋਰ ਕਿਲਾ ਜਾਂ ਹੋਰ ਇਤਿਹਾਸ ਦਿਖਾਉਣ ਵਾਲਾ ਹੈਗਾ। मैं ਤੁਹਾਡਾ ਆਪਣਾ राकेश शर्मा। धन्यवाद। तो नमस्कार, मेरा नाम है सेजल खनूजा और आज मैं आप सभी से बनी हूँ अब तक न्यूज़ के साथ। अगर आपके पास कोई भी इम्पोर्टेंट न्यूज़ हो जो आप हम तक पहुँचाना चाहते हैं तो हमारे नीचे दिए नंबर से संपर्क करिए और प्लीज़ हमारा चैनल सब्सक्राइब करना ना भूलें। साथ दिए गए बेल आइकॉन प्रेस जरूर करें सो दैट आप इसी तरह नई नई और वीडियोज़ देख सकें, देश दुनिया और इस नगरी से भरी बातें।